ਫਗਵਾੜਾ ਦੀਆਂ ਲੇਟੈਸਟ ਖਬਰਾਂ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਫਗਵਾੜਾ ਪ੍ਰਾਈਮ ਟਾਈਮ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਬੈਲ ਆਈਕਨ ਨੂੰ ਪ੍ਰੈਸ ਕਰੋ। धन्यवाद करते हैं मेरे जिन्ने भी साथी बैनर तो अगे तीन राज्यों की बेनती है ਰੱਬ ਉਹਨਾਂ ਨੂੰ ਮਿਲਦਾ ਨੀਤਾ ਜਿਨ੍ਹਾਂ ਦੀਆਂ ਅੱਛੀਆਂ ਤੁਹਾਡੇ ਜਿਹੜੇ ਸਾਧੂਧਾਰੀ ਕੱਪੜੇ ਪਾ ਕੇ ਤੁਸੀਂ ਇਹ ਸਾਬਤ ਨਹੀਂ ਕਰ ਸਕਦੇ ਤੁਹਾਨੂੰ ਕਿਸੇ ਧੀ ਭੈਣ ਨਾਲ ਪਿਆਰ ਆ। ਜਿਹੜੇ ਤੁਹਾਡੀ ਇਹ ਡਾਇਲੌਗਬਾਜ਼ੀ ਆ ਬੇਟੀ ਪੜਾਓ ਬੇਟੀ ਬਚਾਓ ਇਹ ਮੈਂ ਕਹਿੰਦਾ ਪੂਰਨ ਤੌਰ ਤੇ ਫੇਲ ਹੋਈ ਆ। ਔਰ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਧਰਨਾ ਸਾਫ ਦੇ ਲਈ ਧਰਨਾ ਸਾਡੀ ਜਿਹੜੀ ਭੈਣ ਆ ਨਿਸ਼ਾ ਜਿਹੜੀ ਚਾਰ ਦਰਿੰਦੇ ਸੀ ਉਹ ਅੱਜ ਵੀ ਆਜ਼ਾਦ ਆ। ਸਾਡੀ ਮੰਗ ਆ ਕਿ ਉਹਨਾਂ ਚਾਰੇ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਆ। ਅੱਜ ਸਮੂਹ ਦਲਿਤ ਭਾਈਚਾਰਾ ਸੜਕਾਂ ਦੇ ਉਤਰਿਆ ਸਮੂਹ ਦੇ ਨਾਲ ਜਿਹੜੇ ਸਿੱਖ ਭਾਈਚਾਰਾ ਮੁਸਲਿਮ ਭਾਈਚਾਰਾ ਔਰ ਅਸੀਂ ਸਮੂਹ ਜਿਹੜੀ ਕਾਂਗਰਸ ਪਾਰਟੀ ਆ ਉਹ ਵੀ ਸੜਕਾਂ 'ਤੇ ਉਤਰੀ ਆ। ਇਹ ਚਾਰ ਜਿਹੜੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਇਹ ਜਿਹੜੀ ਲੜਕੀ ਆ ਉਹ ਸਾਰਿਆਂ ਦੀ ਲੜਕੀ ਹੁੰਦੀ ਆ ਨਾ ਕਿਸੇ ਜਾਤ ਪਾਤ ਦੀ ਲੜਕੀ ਦੀ ਕੋਈ ਜਾਤ ਪਾਤ ਨਹੀਂ ਹੁੰਦੀ। ਲੜਕੀ ਸਾਰਿਆਂ ਦੀ ਸਾਂਝੀ ਹੁੰਦੀ ਆ। ਸਾਡੀ ਮੰਗ ਆ ਵੀ ਉਹਨਾਂ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਸਰਕਾਰ ਆ ਦੋਸ਼ੀਆਂ ਦੀ ਜਿਹੜੀ ਬਹੁਤ ਹਮਾਇਤ ਕਰਦੀ ਪਈ ਆ। ਤੁਸੀਂ ਇਹੋ ਜਿਹੀ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ? ਜਿਹਦੇ ਕੇਂਦਰ ਦੇ ਵਿੱਚ ਮੋਦੀ ਸਰਕਾਰ ਉਸ ਸਟੇਜ ਦੇ ਜਿੱਥੇ ਵੀ ਮੋਦੀ ਦੀ ਬੀਜੇਪੀ ਦੀ ਸਰਕਾਰ ਆ ਉਹ ਦਲਿਤ ਵਿਰੋਧੀ ਆ। ਔਰ ਤੁਹਾਨੂੰ ਪਤਾ ਹੈ ਕਿ ਜਿਹੜਾ ਯੂਪੀ ਦੇ ਵਿੱਚ ਜੰਗਲ ਰਾਜ ਆ ਉਹ ਸਰਕਾਰ ਨੂੰ ਬਰਖਾਸਤ ਕਰਨਾ ਚਾਹੀਦਾ। ਰਾਸ਼ਟਰਪਤੀ ਤੋਂ ਮੰਗ ਕਰਦੇ ਆ ਔਰ ਜਿਹੜੇ ਚਾਰ ਦੇ ਚਾਰ ਦੋਸ਼ੀ ਉਹਨਾਂ ਨੂੰ ਫਾਂਸੀ ਦੇ ਚੱਕਾ ਜਾਮ ਦਾ ਸਮਾਂ ਕਿੰਨਾ ਵਾ ਜੀ? ਚੱਕਾ ਜਾਮ ਦਾ ਦੇਖੋ ਅੱਜ ਸੰਘਰਸ਼ ਹੈ। ਇਸ ਤੋਂ ਬਾਅਦ ਜੋ ਵੀ ਸਮੂਹ ਦਲਿਤ ਭਾਈਚਾਰੇ ਦੀ ਕਾਲ ਹੋ ਗਈ ਉਹਦਾ ਵੀ ਅਸੀਂ ਸਮਰਥਨ ਕਰਾਂਗੇ। ਇਹ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਰਦੇ ਹੋ ਤੁਸੀਂ? ਬਿਲਕੁਲ ਕਰਦੇ ਹਾਂ। ਅਸੀਂ ਤਾਂ ਪਹਿਲਾਂ ਕਿਹਾ ਵੀ ਇਹਨਾਂ ਨੂੰ ਜੋ ਵੀ ਆ ਇਹਨਾਂ ਨੂੰ ਵੱਧ ਤੋਂ ਜਿਹੜੀ ਸਖਤ ਤੋਂ ਸਖਤ ਸਜ਼ਾ ਫਾਂਸੀ ਦੀ ਆ ਇਹਨਾਂ ਨੂੰ ਮਿਲਣੀ ਚਾਹੀਦੀ ਆ। ਤਾਂ ਹੀ ਲੜਕੀ ਨੂੰ ਇਨਸਾਫ ਮਿਲੂਗਾ ਕਿਉਂਕਿ ਅੱਜ ਉੱਥੇ ਹੋਇਆ ਪੰਜਾਬ 'ਚ ਹੋਰ ਦਰਿੰਦਿਆਂ ਦੇ ਹੌਸਲੇ ਬੁਲੰਦ ਹੋਣਗੇ। ਇਸ ਕਰਕੇ ਇਹਨਾਂ ਨੂੰ ਫਾਂਸੀ ਸਜ਼ਾ ਮਿਲਣੀ ਚਾਹੀਦੀ। ਠੀਕ ਹੈ ਜੀ, ਥੈਂਕ ਯੂ। ਚਲੋ ਗੱਲ मैं अपने हक को लाने तैयार नहीं है। आज पंजाब के नंबर 7 मेरा नहीं होया राती सारा कुछ देखिए भर्ती में सारा किसी को नहीं देखा पर ਇਹਦਾ ਮਤਲਬ ਇਹ ਨਹੀਂ ਹੈ ਕਿ ਇੱਕ ਇਨਸਾਨ ਦੂਜੇ ਨੂੰ ਛੋਟਾ ਬੱਚਾ ਛੋਟਾ ਜਿਹੜਾ ਉਹ ਇਹ ਸਮਝੇ ਮੇਰੀ ਬਾਤ ਹੋਗੀ ਕਿੱਦਾਂ ਨਹੀਂ ਹੈ। ਅਸੀਂ ਬਰਾਬਰ ਦਾ ਹੱਕ ਇਖਤਿਆਰ ਤੁਸੀਂ ਸੁਲਝੇ ਹੋਏ ਸਿਆਸਤਦਾਨ ਵੀ ਹੋ, ਦਲਿਤ ਲੀਡਰ ਵੀ ਹੋ, ਸਰਕਾਰ ਦੇ ਵਿੱਚ ਮੰਤਰੀ ਵੀ ਰਹਿ ਚੁੱਕੇ ਹੋ। ਤੁਹਾਡੇ ਮੁਤਾਬਕ ਕੀ ਲੱਗਦਾ ਕਿ ਸਾਰਾ ਕੁਝ ਜੋ ਕੁਝ ਹੋ ਵਾਪਰ ਰਿਹਾ ਆ, ਘੱਟ ਗਿਣਤੀਆਂ ਨਾਲ ਧੱਕਾ ਹੁੰਦਾ, ਦਲਿਤਾਂ ਨਾਲ ਧੱਕਾ ਹੁੰਦਾ, ਇਹਦਾ ਕਸੂਰਵਾਰ ਸਾਡਾ ਸਮਾਜਿਕ ਢਾਂਚਾ ਆ
ਬੀਜੇਪੀ ਹੈ, ਅਕਾਲੀ ਦਲ ਹੈ ਜਾਂ ਜਿਹੜੀ ਆਰਐਸਐਸ ਦੀ ਵਿਚਾਰਧਾਰਾ ਹੈ? ਪੋਲੀਟੀਕਲ ਸਿਸਟਮ ਜਿਹੜਾ ਹੈਗਾ ਉਹ ਸਿਸਟਮ ਸਿਰਫ ਸੀਆਈਏ ਦੀ ਗੱਲ ਕਰੋ। ਸ਼ਾਹੀਨ ਬਾਗ ਦੇ ਵਿੱਚ ਜਿਹੜੀਆਂ 6 ਜਾਤਾਂ ਸਨ, ਪਰਟੀਕੂਲਰਲੀ 2015 ਦੇ ਵਿੱਚ ਰਹਿ ਕੇ ਜਿਹੜਾ ਉਹਨਾਂ ਨੂੰ ਤੁਸੀਂ ਸਰਕਾਰੀ ਸਿਆਣ ਦੇ ਬਾਕੀ ਮੁਸਲਮਾਨਾਂ ਨੂੰ ਜਾਣ ਕੇ ਛੱਡਿਆ। ਹੁਣ ਦੱਸੋ ਇਹ ਕੌਣ ਰਿਸਪੌਂਸਿਬਲ ਹੈ, ਕਿਹਦੀ ਗਵਰਨਮੈਂਟ ਹੈ, ਕਿਹਦੀ ਸਰਕਾਰ ਹੈ? ਅੱਜ ਖੇਤੀ ਆਰਡੀਨੈਂਸ ਜਿਹੜਾ ਹੋ ਰਿਹਾ ਕੁਝ ਤੁਹਾਨੂੰ ਨਹੀਂ ਪਤਾ। ਅੱਜ ਇਹ ਗਲਤ ਅੰਕੜੇ ਦਿੱਤੇ ਜਾਂਦੇ ਵੀ 7 ਸੀਟਾਂ ਦੇ ਵਿੱਚ ਐਜੂਕੇਸ਼ਨ ਹੋ ਰਹੀ ਹੈ। ਮੈਂ ਕਹਿੰਦਾ 22 ਸੀਟਾਂ 'ਚ ਹੋ ਰਹੀ ਹੈ ਐਜੂਕੇਸ਼ਨ। ਕਿਉਂ ਤੁਸੀਂ ਅੰਕੜੇ ਨੂੰ ਗਲਤ ਕਰਦੇ ਹੋ? ਅਸੀਂ ਮੇਰੀ ਇਹ ਸਾਰੀ ਜਥੇਬੰਦੀ ਅੱਜ ਇਕੱਠੇ ਹੋਏ, ਅਸੀਂ ਕਿਸਾਨਾਂ ਦੇ ਹੱਕ ਵਿੱਚ, ਕਿਸਾਨ ਸਾਡੇ ਹੱਕ ਦੇ ਵਿੱਚ ਹੈ। ਕੋਈ ਸਰਕਾਰ ਹੋਵੇ ਜਦੋਂ ਕੋਈ ਸਿਸਟਮ ਨੂੰ ਵਾੜਨ ਵਾਸਤੇ ਗਲਤ ਕੰਮ ਕਰੇਗੀ ਉਹ ਗਲਤ ਹੋਏਗੀ, ਕੋਈ ਵੀ ਹੋਵੇ। ਸਾਡੇ ਵਰਗੇ ਲੋਕ ਅਸੀਂ ਆਪਣੀ ਸ਼ਹਾਦਤ ਦੇਣ ਨੂੰ ਤਿਆਰ ਹੈ। ਮੈਂ ਆਪਣੀ ਸ਼ਹਾਦਤ ਦੇਣ ਨੂੰ ਤਿਆਰ ਹੈ ਆਪਣੇ ਕਾਜ ਵਾਸਤੇ। ਮੈਂ ਧਰਮ ਨੂੰ ਮੰਨਣਾ ਹੀ ਤਾਂ ਆਇਆ ਜੇ ਮੈਂ ਕਾਨੂੰਨ ਦੇ ਉੱਤੇ ਆਪਣੇ ਆਚਰਣ ਨੂੰ ਔਰ ਆਪਣੇ ਕਰੈਕਟਰ ਨੂੰ ਠੀਕ ਨਹੀਂ ਕਰਦਾ। ਕੋਈ ਵੀ ਹੋਵੇ ਜਿਹੜੀ ਉਹ ਆਊਟ ਜਾਂਦੀ ਹੈ। ਅੱਜ ਦਲਤਾਂ ਦਾ ਤੱਕਾ ਮੈਨੂੰ ਅਫਸੋਸ ਨਹੀਂ ਕਿ ਮੇਰਾ 1 ਲੱਖ ਬੰਦਾ ਜਿਹੜਾ ਉਹ ਅੱਜ ਤੋਂ ਲੈ ਗਿਆ। ਇਹ ਗੱਲ ਮਤ ਸਮਝੋ। ਅੱਜ ਅਸੀਂ ਇਹ ਸਾਰੇ ਨੇ ਸਾਡੇ ਨਾਲ ਸਿੱਖ ਭਾਈਚਾਰਾ, ਮੁਸਲਮਾਨ ਭਾਈਚਾਰਾ, ਲੇਕਿਨ ਮੇਰੀ ਵੀ ਹੋ ਸਕਦੀ, ਤੁਹਾਡੀ ਵੀ ਹੋ ਸਕਦੀ, ਕਿਸੇ ਦੀ ਵੀ ਹੋ ਸਕਦੀ। ਲੇਕਿਨ ਤੁਹਾਨੂੰ ਕਿਸੇ ਨੂੰ ਜਾਂ ਮੀਡੀਆ ਵਾਲੇ ਜਾਂ ਅਖਬਾਰ ਵਾਲੇ ਨੂੰ ਕਿਸੇ ਨੂੰ ਰਹਿਤ ਨਹੀਂ ਹੈ, ਮੈਨੂੰ ਕੋਈ ਰਹਿਤ ਨਹੀਂ ਹੈ। ਨਹੀਂ, ਉਹ ਜਿਹੜੇ ਦਹਿਸ਼ਤ ਕਰਦੇ ਨੇ ਇਸ ਤਰ੍ਹਾਂ ਦੀ ਵੈਸ਼ਨ ਕਿਸੇ ਦੇ ਨਾਲ ਇਸ ਤਰ੍ਹਾਂ ਦੇ ਤਰੀਕੇ ਆਪਣੇ ਬਣਾਉਂਦੇ ਨੇ, ਉਹ ਆਪਣੀ ਸਰੀਰਕ ਭੁੱਖ ਅਤੇ ਮਾਨਸਿਕ ਭੁੱਖ ਦੀ ਤ੍ਰਿਪਤੀ ਵਾਸਤੇ ਲੋਕਾਂ ਦੀ ਦਹਿਸ਼ਤ ਬਣਾਉਂਦੇ ਨੇ। ਇਹ ਜਸਟਿਸ ਹੈ। ਤੁਸੀਂ ਉਦੋਂ ਵੀ ਮੈਨੂੰ ਕੁਐਸਚਨ ਕੀਤਾ ਸੀ ਗਵਰਨਮੈਂਟ ਵਾਲੇ, ਗਵਰਨਮੈਂਟ ਮੇਰੀ ਨਾਲ ਹੈ। ਕੈਪਟਨ ਸਾਹਿਬ ਇੱਦਾਂ ਦੇ ਬੰਦੇ ਨੂੰ ਰਿਜ਼ਾਈਨ ਕਰਨਾ ਪਿਆ ਤਾਂ ਰਿਜ਼ਾਈਨ ਵੀ ਕਰ ਸਕਦੇ। 4 ਦੋਸ਼ੀਆਂ ਦੇ ਖਿਲਾਫ ਤੁਸੀਂ ਕੀ ਕਰ ਰਹੇ ਹੋ? ਕਾਰਵਾਈ ਜੋ ਹੁੰਦੀ ਸਮਾਜ ਦੇ ਨਿਰਭੈ ਦੇ ਦੋਸ਼ੀਆਂ ਨੂੰ ਕੀ ਹੋਇਆ ਸੀ? ਭਾਵੇਂ ਲੇਟ ਫੈਸਲਾ ਹੈ, ਉਹ ਜੋ ਉਹਨਾਂ ਦਾ ਹੋਇਆ ਉਹ ਵਾਪਰਦਾ ਹੋਣਾ ਚਾਹੀਦਾ। ਮੈਂ ਗੱਲ ਕਿਸੇ ਨੂੰ ਡਰਾਵੇ ਦੀ ਲੋੜ ਨਹੀਂ ਹੈ। ਮੁੱਖ ਖਿਡਾਰੀ ਗੁਰੂ ਗੋਬਿੰਦ ਸਿੰਘ ਡਰੇ ਸੀ, ਬੱਚੇ ਉਹਨਾਂ ਨੂੰ ਆਪਣੇ ਮਰਵਾਏ ਸਭ ਕੁਝ, ਪਰ ਉਹ ਇਨਸਾਨ ਇਕੱਲਾ ਵੀ ਰਹਿ ਗਿਆ ਲੇਕਿਨ ਡਰਿਆ ਨਹੀਂ ਸੀ। ਮੈਂ ਉਸ ਗੁਰੂ ਦੀ ਅੰਸ਼ ਮੈਂ ਭਾਈ ਜੈਤੇ ਦੀ ਔਲਾਦ ਹੈ। ਮੈਂ ਨਹੀਂ ਕਿਸੇ ਤੋਂ ਡਰਦਾ। ਮੇਰਾ ਸਿਰ ਕਤਲ ਕਰ ਦਿਓ, ਮੈਂ ਆਪਣੇ ਕਾਜ਼ ਲਈ ਜਿਹੜਾ ਲੜਦਾ ਰਹੂੰਗਾ। ਮੇਰੀ ਆਤਮਾ, ਮੇਰੀ ਆਵਾਜ਼ ਬੁਲੰਦ ਰਹੇਗੀ ਤੇ ਆਪਣੇ ਦਿਨਾਂ 'ਚ ਮੇਰਾ ਕਾਜ਼ ਬੁਲਾਉਣ ਦਾ ਆਈ ਵਿਲ ਫਾਈਟ। ਜਿਹੜਾ ਚੱਕਾ ਜਾਂਦਾ ਕਿੰਨੀ ਦੇਰ ਚੱਲੇਗਾ? ਸਾਡਾ ਕਿਸੇ ਨੂੰ ਮਕਸਦ ਨਹੀਂ ਕਿਸੇ ਨੂੰ ਪਰੇਸ਼ਾਨ ਕਰੀਏ। 2 ਵਜੇ ਤੱਕ ਹੈਗਾ। ਅਸੀਂ ਸਾਰੇ ਪੰਜਾਬ ਕਾਲ ਦਿੱਤੀ, ਮੇਰੇ ਕੋਲ ਸਾਰੇ ਪੰਜਾਬ ਦੀ ਰਿਪੋਰਟ ਹੈ। ਮੈਂ ਰਾਤੀ ਉਹਨਾਂ ਜ਼ਿਲ੍ਹਿਆਂ ਦੇ ਬੰਦੇ ਬਿਠਾ ਕੇ ਸਾਰਿਆਂ ਨੂੰ ਬੰਦ ਕੀਤੇ ਆ। ਮੈਂ ਕੋਈ ਐਜੂਕੇਸ਼ਨ ਦੀ ਕੱਚੀ ਨਹੀਂ ਲੜਦਾ। ਮੈਂ ਆਪਣੇ ਸਮਾਜ ਦੇ, ਆਪਣੇ ਵਰਗ ਦੇ, ਆਪਣੀ ਕੌਮ ਦੇ ਸਿਰ ਦੇ ਉੱਤੇ ਉਹਨਾਂ ਨੂੰ ਡਿਪੈਂਡ ਕਰਦੀ। ਮਾਨ ਸਾਹਿਬ, ਤੁਸੀਂ ਯੂਪੀ ਸਰਕਾਰ ਦੇ ਰਵੱਈਏ ਦੇ ਬਾਰੇ ਕੁਝ ਕਹਿਣਾ ਚਾਹੋਗੇ? ਮੈਂ ਇਹ ਸਮਝਦਾ ਕਿ ਕੋਈ ਕਿਸੇ ਬਹੁਤ ਵੱਡੇ ਧਾਰਮਿਕ ਵਿਅਕਤੀ ਹੋ ਕੇ ਬਹੁਤ ਰੰਗਦਾਰ ਚੋੜਾ ਪਾ ਕੇ ਇਸ ਤਰ੍ਹਾਂ ਜਿਹੜੇ ਕਿ ਤੁਸੀਂ ਇਹ ਵਿਖਾਵਾ ਕਰੋ। ਧਾਰਮਿਕ ਭਗਤੀ ਦਾ ਇਹ ਹੁੰਦਾ ਦਇਆ, ਧਰਮ, ਸਬਰ ਤੇ ਸੰਤੋਖ। ਅੱਜ ਕੁਝ ਵੀ ਨਹੀਂ ਹੈ ਕਿ ਤੁਸੀਂ ਇੱਕ ਵਚਨ ਨਿਰਭੈ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਉਸ ਵੇਲੇ ਪ੍ਰਾਈਮ ਮਿਨਿਸਟਰ ਸਨ। ਕਿ ਮਨਮੋਹਨ ਸਿੰਘ ਰਾਹੁਲ ਗਾਂਧੀ ਨਹੀਂ ਗਏ ਕਿ ਸਿੰਗਾਪੁਰ ਦਾ ਇਲਾਜ ਨਹੀਂ ਕਰਾ, ਕਿ ਨਿਰਭੈ ਦੇ ਨਾਂ ਤੇ ਫੜ ਨਹੀਂ ਚਾਲੂ ਕੀਤਾ, ਕਿ ਨਿਰਭੈ ਦੇ ਭਰਾ ਨੂੰ ਪਾਇਲਟ ਨਹੀਂ ਬਣਾਇਆ। ਅੱਜ ਕੌਣ ਗਿਆ ਉੱਥੇ? ਜੋਗੀ ਗਿਆ। ਜੋਗੀ ਦੇ ਕਰਕੇ ਡਿਪਟੀ ਕਮਿਸ਼ਨਰ ਨੇ ਜੋ ਵਰਡਸ ਕੀਤੇ ਨੇ ਹਾਲਾਤ ਨਿੰਦਣਯੋਗ ਨੇ। ਇੱਕ ਡੀਸੀ ਜਾ ਕੇ ਅਫੈਕਟਡ ਪਰਿਵਾਰ ਨੂੰ ਉਹਨੂੰ ਜਾ ਕੇ ਧਮਕਾਵੇ, ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ? ਕੀ ਤੁਸੀਂ ਡਰੇ ਹੋਏ ਨੇ? ਕੀ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਰਦੇ ਹੋ? ਵਾਈ ਨੋਟ? ਮੰਗਦਾ, ਮੈਂ ਬਿਲਕੁਲ ਮੰਗਦਾ। ਮੈਂ ਨਾਲ ਹੈ। ਮੈਂ ਪਰਿਵਾਰ ਨੂੰ ਜਿਹੜਾ ਅੱਜ ਦਹਿਸ਼ਤ ਦੇ ਮਾਹੌਲ ਵਿੱਚ ਜੀਵ ਛੱਡਿਆ ਰਿਹਾ, ਮੈਂ ਉਹਦੇ ਅਗੇਂਸਟ ਹੈ। ਜੇ ਤੁਸੀਂ ਕੰਗਨਾ ਨੂੰ ਸਿਕਿਉਰਿਟੀ ਦੇ ਸਕਦੇ ਹੋ ਤਾਂ ਦਲਿਤ ਪਰਿਵਾਰ ਨੂੰ ਕਿਉਂ ਨਹੀਂ ਦੇ ਸਕਦੇ? ਕੀ ਗੱਲ ਹੈ? ਤਾਂ ਕਿਉਂ ਵਖਰੇਵਾ ਕਰਦੇ ਹੋ? ਕਿਉਂ ਇਸ ਕਰਕੇ ਵਖਰੇਵਾ ਕਰਦੇ ਹੋ ਕਿ ਉਹਨਾਂ ਦੇ ਸੋਰਸਸ ਘੱਟ ਨੇ, ਉਹਨਾਂ ਦੀ ਇਨਕਮ ਘੱਟ ਹੈ, ਉਹਨਾਂ ਦੇ ਕੱਪੜੇ ਚੰਗੇ ਨਹੀਂ ਆ, ਉਹ ਫੈਸ਼ਨ ਨਹੀਂ ਕਰਦੇ, ਉਹ ਮੂੰਹ ਨਹੀਂ ਚਮਕਾਉਂਦੇ। ਕੰਗਨਾ ਨੂੰ ਦੇ ਸਕਦੇ ਹੋ, ਸੋਹਣੀ ਲੱਗਦੀ, ਤੁਰੀ ਫਿਰਦੀ, ਹੈਂਡਸਮ ਹੈ। ਦਿਸ ਇਜ਼ ਰੌਂਗ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਪੂਜੋ ਨਿੰਦਿਆ ਕਰਦੇ ਪੂਰੇ ਪੰਜਾਬ ਦੇ ਅੱਜ ਕਾਲ ਬੰਦ ਹੈ ਉਸ ਨੂੰ ਇਨਸਾਫ ਦਿਵਾਉਣ ਲਈ, ਜਿਸੇ ਲੜੀ ਤਹਿਤ ਅੱਜ ਫਗਵਾੜਾ ਬੰਦ ਹੈ। ਔਰ ਸਾਡੀ ਇਹ ਮੰਗ ਹੈ ਕਿ ਜਿਹੜਾ ਫਸਟ ਟਰੈਕ ਕੋਰਟ ਆ ਉਹਦੇ ਵਿੱਚ ਚਲਾ ਕੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਹ ਵਿਰੋਧ ਪ੍ਰਦਰਸ਼ਨ ਬੀਜੇਪੀ ਦੇ ਖਿਲਾਫ ਵੀ ਹੈ ਕਿਉਂਕਿ ਬੀਜੇਪੀ ਦੇ ਜਿਹੜੇ ਮੰਤਰੀ ਐਮਐਲਏ ਹਨ ਉਹਨਾਂ ਨੇ ਉਹ ਗੁੰਡਿਆਂ ਦੀ ਸਪੋਰਟ ਕਰਨ ਲਈ ਬਹੁਤ ਵੱਡੇ ਬਿਆਨ ਦਿੱਤੇ ਅਤੇ ਉਹਨਾਂ ਨੂੰ ਜੇਲ੍ਹ 'ਚ ਵੀ ਮਿਲ ਕੇ ਆਏ, ਜੋ ਇੱਕ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ। ਇਸ ਕਰਕੇ ਅੱਜ ਪੰਜਾਬ ਬੰਦ ਦੇ ਤਹਿਤ ਫਗਵਾੜਾ ਬੰਦ ਕੀਤਾ ਗਿਆ। ਭਾਈ, ਕੀ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਰਦੇ ਹੋ? ਬਿਲਕੁਲ ਕਰਦੇ ਹਾਂ ਜੀ। ਅਸੀਂ ਚਾਹੁੰਦੇ ਹਾਂ ਕਿ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਜਿੱਥੇ ਦੀ ਇਨਕੁਆਇਰੀ ਹੋਵੇ ਔਰ ਇਸ ਕੇਸ ਨੂੰ ਫਸਟ ਟਰੈਕ ਦੇ ਆਧਾਰ ਤੇ ਚਲਾ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਭਾਜੀ, ਜਿੱਦਾਂ ਕਿ ਯੂਪੀ ਸਰਕਾਰ ਨੇ ਕਿਹਾ ਹੈ ਕਿ ਆਪਾਂ ਸੀਬੀਆਈ ਇਨਕੁਆਇਰੀ ਕਰਾਂਗੇ, ਬਟ ਸੀਬੀਆਈ ਨੂੰ ਹਾਲੇ ਤੱਕ ਕੇਸ ਨਹੀਂ ਸੌਂਪਿਆ ਹੈ, ਹਾਲੇ ਸਿੱਟੀ ਇਨਕੁਆਇਰੀ ਕਰਦੀ ਹੈ। ਉਹਦੇ ਬਾਰੇ ਤੁਹਾਡਾ ਕੀ ਬਿਆਨ ਹੈ? ਦੇਖੋ, ਜੇ ਸੀਬੀਆਈ ਨੂੰ ਕੇਸ ਰੈਫਰ ਕੀਤਾ, ਦੂਜੇ ਦਿਨ ਸੀਬੀਆਈ ਦਾ ਫਰਜ਼ ਬਣਦਾ ਉੱਥੇ ਜਾ ਕੇ ਇਨਕੁਆਇਰੀ ਸ਼ੁਰੂ ਕਰਨੀ। ਹਜੇ ਤੱਕ ਤਾਂ ਸੀਬੀਆਈ ਨੂੰ ਨੋਟਿਸ ਵੀ ਨਹੀਂ ਗਿਆ, ਨਾ ਸੀਬੀਆਈ ਨੇ ਸ਼ੁਰੂ ਕੀਤਾ, ਮਗਰ ਸੀਬੀਆਈ ਤੇ ਵੀ ਇਸ ਸਵਾਲੀਆ ਨਿਸ਼ਾਨ ਲੱਗ ਚੁੱਕੇ ਆ। ਇਸ ਕਰਕੇ ਜੇ ਕਿਤੇ ਜੁਡੀਸ਼ਰੀ ਤੇ ਭਰੋਸਾ ਹੈ ਤੇ ਸੁਪਰੀਮ ਕੋਰਟ ਦੀ ਜੁਡੀਸ਼ਰੀ ਤੇ ਭਰੋਸਾ ਕਿ ਇਹਨਾਂ ਦੀ ਨਿਗਰਾਨੀ ਵਿੱਚ ਸਜ਼ਾ ਪਾਈ ਜਾਵੇ। ਭਾਜੀ, ਕੀ ਇਹ ਰੋਸ ਪ੍ਰਦਰਸ਼ਨ ਸਿਰਫ ਫਗਵਾੜਾ 'ਚ ਹੋ ਰਿਹਾ ਹੈ ਜਾਂ ਬਾਹਰਲੇ ਸ਼ਹਿਰਾਂ 'ਚ ਸੂਬਿਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਹੋ ਰਿਹਾ? ਜਿੱਥੇ ਵੀ ਪੰਜਾਬ ਅੱਜ ਪੂਰਾ ਪੰਜਾਬ ਬੰਦ ਹੈ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਬਹੁਤ ਬਹੁਤ। ਸੱਚ ਦੇ ਸੰਘਰਸ਼ ਵਿੱਚ ਪਹਿਲਾਂ ਤਾਂ ਲੇਟ ਆਉਣ ਲਈ ਮਾਫੀ, ਕਿਉਂਕਿ
ਤੁਹਾਡਾ ਇਕੱਠ ਜਿਹੜਾ ਆ ਉਹ ਪਿਛਲੇ ਇਸ ਤੋਂ 10 ਗੁਣਾ ਜ਼ਿਆਦਾ ਸੀ, ਉਹ ਅਸੀਂ ਬਾਜ਼ਾਰ 'ਚ ਦੇਖਿਆ ਵੀ। ਪਰ ਕਿਉਂਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਤੋਂ ਕੇਂਦਰ ਦੀ ਸਰਕਾਰ ਵੱਲੋਂ ਸਾਰੇ ਹੀ ਵਰਗਾਂ ਦੇ ਉੱਤੇ ਅਲੱਗ-ਅਲੱਗ ਜਿਹੜੇ ਹਮਲੇ ਕੀਤੇ ਜਾ ਰਹੇ ਆ ਤਾਂ ਕਿ ਸਾਰੇ ਆਪੋ ਆਪਣੀਆਂ ਹੱਕਾਂ ਲਈ ਮੰਗਾਂ ਲਈ ਉਲਝਦੇ ਰਹਿਣ ਤੇ ਉਸ ਕਰਕੇ ਇੱਕ ਦੂਜੇ ਦਾ ਸਾਥ ਕਿਸੇ ਵੀ ਮੂਵਮੈਂਟ ਦੇ ਵਿੱਚ ਦੇ ਨਾ ਸਕਣ। ਸੋ ਆਹ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਜਾਂ ਇਹ ਜਿਹੜੇ ਬਾਕੀ ਮੁੱਦੇ ਨੇ, ਤੁਸੀਂ ਦੇਖੋ ਕਿ ਟਾਈਮਿੰਗ ਜਦੋਂ ਸਾਰਾ ਪੰਜਾਬ ਇਕਮੁੱਠ ਹੋ ਕੇ ਖੇਤੀ ਬਿੱਲਾਂ ਦੇ ਖਿਲਾਫ ਲਾਮਬੰਦ ਹੋ ਗਿਆ ਸੀ ਤਾਂ ਉਸ ਵਕਤ ਜਿਹੜਾ ਆ ਉਹ ਸਾਰੇ ਵਰਗਾਂ ਤੇ ਅਲੱਗ-ਅਲੱਗ ਹਮਲੇ ਕਰਕੇ ਸਾਰਿਆਂ ਨੂੰ ਅਲੱਗ-ਅਲੱਗ ਉਲਝਾਇਆ ਜਾ ਰਿਹਾ ਤਾਂ ਕਿ ਇਹ ਇੱਕ ਪਲੇਟਫਾਰਮ ਤੇ ਇਕੱਠੇ ਨਾ ਹੋ ਸਕਣ। ਭਾਈ ਦੀਪ ਸਿੱਧੂ ਜੀ ਆ ਸਾਡੇ ਵਿਚਕਾਰ ਨੇ, ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਪੰਜਾਬ ਦੇ ਜਜ਼ਬਾਤਾਂ ਦੇ, ਪੰਜਾਬ ਦੇ ਨੌਜਵਾਨਾਂ ਦੀ ਜਿਹੜੇ ਜਜ਼ਬਾਤ ਨੇ ਉਹਨਾਂ ਦੀ ਤਰਜਮਾਨੀ ਕਰਦੇ ਆ ਕਿ ਇਹ ਗੱਲ ਦਿੱਲੀ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਕਿ ਜਿਹੜੇ ਮਸਲੇ ਨੇ ਉਹ ਸਾਡੀ ਜਿਹੜਾ ਰੋਹ ਹੈ ਪੰਜਾਬ ਦੇ ਵਿੱਚ ਉੱਠਿਆ ਉਹ ਕਿਸੇ MSP ਦੀ ਭੀਖ ਕਰਕੇ ਨਹੀਂ, ਬਲਕਿ ਤੁਹਾਡੇ ਹੁਣ ਤੱਕ ਦੇ ਹੋਏ ਸਾਰੇ ਹਮਲਿਆਂ ਦੇ ਜਵਾਬ ਦੇ ਵਿੱਚ ਰੋਹ ਉੱਠਿਆ। ਤਾਂ ਉਹ ਜਜ਼ਬਾਤਾਂ ਦੀ ਤਰਜਮਾਨੀ ਇਹ ਸ਼ੰਭੂ ਮੋਰਚੇ ਤੋਂ ਪਿਛਲੇ ਕਈ ਦਿਨਾਂ ਤੋਂ ਕਰਦੇ ਆ ਰਹੇ ਨੇ ਔਰ ਉੱਥੇ ਪੱਕਾ ਮੋਰਚਾ ਜਿਹੜਾ ਸ਼ੰਭੂ ਮੋਰਚੇ ਦੇ ਵਿੱਚ ਲੱਗਾ ਹੋਇਆ, ਜਿੱਥੋਂ ਭੈਣ ਮਨੀਸ਼ਾ ਦੀ ਜਿਹੜੇ ਇਨਸਾਫ ਲਈ ਵੀ ਹਰ ਰੋਜ਼ ਉੱਥੇ ਗੱਲ ਹੁੰਦੀ ਹੈ, ਖੇਤੀ ਬਿੱਲਾਂ ਦੇ ਜਿਹੜਾ ਵਾਪਸ ਲੈਣ ਲਈ ਵੀ ਗੱਲ ਹੁੰਦੀ ਹੈ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਵੀ ਗੱਲ ਹਰ ਰੋਜ਼ ਸ਼ੰਭੂ ਮੋਰਚੇ ਤੋਂ ਹੋ ਰਹੀ ਹੈ। ਔਰ ਅੱਜ ਇੱਕ ਵਿਸ਼ੇਸ਼ ਤੌਰ ਤੇ ਜਿੱਥੇ ਇਸ ਸੰਘਰਸ਼ ਵਿੱਚ ਹਾਜ਼ਰੀ ਭਰਨ ਆਏ ਨੇ ਔਰ ਤੁਹਾਨੂੰ ਸੱਦਾ ਦੇਣ ਵੀ ਆਏ ਨੇ ਕਿ ਤੁਸੀਂ ਸਾਰੇ ਉੱਥੇ ਇੱਕ ਦਿਨ ਸ਼ੰਭੂ ਮੋਰਚੇ ਤੇ ਵੀ ਹਾਜ਼ਰੀ ਜ਼ਰੂਰ ਭਰੋ। ਸਾਨੂੰ ਜਿਹੜੀ ਇਹ ਗੱਲ ਸਮਝਣ ਦੀ ਲੋੜ ਹੈ ਕਿ ਅਸੀਂ ਜਦੋਂ ਤੱਕ ਆਪਣੇ ਲਈ ਲੜਦੇ ਰਵਾਂਗੇ ਤਦ ਤੱਕ ਸਾਡੇ ਪੱਲੇ ਨਹੀਂ ਕੁਝ ਪੈਣਾ। ਪੰਜਾਬ ਦੀ ਫਿਜ਼ਾ ਇਹ ਕਹਿੰਦੀ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰਾਂ ਦੀ ਸੋਚ ਇਹ ਕਹਿੰਦੀ ਹੈ ਕਿ ਜਦੋਂ ਅਸੀਂ ਇੱਕ ਦੂਜੇ ਲਈ ਲੜਾਂਗੇ ਉਦੋਂ ਜਿੱਤਾਂ। ਸੋ ਇਹ ਜਦੋਂ ਅਸੀਂ ਕਿਸੇ ਵੀ ਮਸਲੇ ਨੂੰ ਇੱਕ ਜਾਤ ਵਰਗ ਨਾਲ ਜੋੜ ਕੇ ਉਹਨਾਂ ਨੂੰ ਲੜਨ ਲਈ ਇਕੱਲੇ ਛੱਡ ਦਿੰਦੇ ਆ ਕਿ ਖੇਤੀ ਬਿੱਲਾਂ ਦਾ ਮਸਲਾ ਕਿਸਾਨਾਂ ਦਾ, ਮਨੀਸ਼ਾ ਦਾ ਵਾਲਮੀਕੀ ਜਿਹੜੀ ਬੇਟੀ ਦਾ ਬਲਾਤਕਾਰ ਹੋਇਆ, ਉਹਦਾ ਕਤਲ ਹੋਇਆ, ਉਹਦਾ ਜਿਹੜਾ ਮੁੱਦਾ ਹੈ ਉਹ ਸਿਰਫ ਗਲਤ ਭਾਈਚਾਰੇ ਦਾ। ਇਸ ਤਰੀਕੇ ਨਾਲ ਹੀ ਸਾਨੂੰ ਵੰਡ ਕੇ ਜਿਹੜਾ ਹੈ ਹੁਣ ਤੱਕ ਕੇਂਦਰ ਸਾਡੇ ਤੇ ਰਾਜ ਕਰਦਾ ਆਇਆ ਔਰ ਸਾਨੂੰ ਮਾਨਸਿਕ ਗੁਲਾਮ ਬਣਾ ਕੇ ਰੱਖਦਾ ਹੈ। ਜਿਸ ਦਿਨ ਅਸੀਂ ਇੱਕ ਦੂਜੇ ਲਈ ਲੜਨਾ ਸ਼ੁਰੂ ਕਰ ਦਿਆਂਗੇ ਉਸ ਦਿਨ ਅਸੀਂ ਜਿਹੜਾ ਜਿੱਤ ਵੱਲ ਵਧਾਂਗੇ, ਉਸ ਦਿਨ ਦਿੱਲੀ ਵੀ ਝੁਕਾ ਲਾਂਗੇ। ਪਰ ਜਦੋਂ ਭਾਈ ਦੀਪ ਜੀ ਵੀ ਗੱਲ ਕਰਦੇ ਹੁੰਦੇ ਆ ਕਿ ਮਸਲੇ ਕਿਹਨਾਂ ਹਾਲਾਤਾਂ ਚੋਂ ਨਿਕਲਦੇ ਆ, ਇਸ ਮਾਨਸਿਕਤਾ ਤੋਂ ਵੱਲੋਂ ਇਹ ਹਮਲੇ ਹੋ ਰਹੇ ਨੇ, ਉਹਨੂੰ ਪਛਾਣਨ ਦੀ ਲੋੜ ਹੈ। ਜਦੋਂ ਜਿਸ ਸਟੇਟ ਦਾ ਮੁਖੀ ਇਹ ਸ਼ਰੇਆਮ ਆਪਣੀ ਰੈਲੀ ਦੇ ਵਿੱਚ ਬਿਆਨ ਦੇਵੇ ਕਿ ਮੁਸਲਮਾਨਾਂ ਦੀਆਂ ਔਰਤਾਂ ਨੂੰ ਕਬਰਾਂ ਚੋਂ ਕੱਢ ਕੇ ਉਹਨਾਂ ਨਾਲ ਬਲਾਤਕਾਰ ਕਰ, ਜਿਸ ਮਨੁ ਸਮਰਤੀ ਦੇ ਸੰਵਿਧਾਨ ਨੂੰ ਉਹ ਮੰਨਦੇ ਨੇ, ਜਦੋਂ ਸੰਵਿਧਾਨ ਇਹ ਕਹਿੰਦਾ ਹੈ ਕਿ ਸ਼ੂਦਰ ਢੋਲ ਤੇ ਨਾਰੀ ਜਿਹੜੇ ਉਹ ਤਾੜਨ ਦੇ ਅਧਿਕਾਰੀ ਨੇ, ਜਦੋਂ ਇਸ ਮਾਨਸਿਕਤਾ ਦੇ ਲੋਕ ਰਾਜ ਭਾਗ ਮੰਨਣਗੇ ਉਸ ਵਕਤ ਉਹ ਉਸੇ ਮਨੁ ਸਮਰਤੀ ਦੇ ਹਿਸਾਬ ਨਾਲ ਇਹੋ ਜਿਹੀਆਂ ਮਨੀਸ਼ਾ ਵਰਗੀਆਂ ਹਜ਼ਾਰਾਂ ਸਾਡੀਆਂ ਭੈਣਾਂ ਔਰਤਾਂ ਨੂੰ ਬਲਾਤਕਾਰ ਕਰਨਾ ਆਪਣਾ ਹੱਕ ਸਮਝਣਗੇ। ਜਿਸ ਦੇਸ਼ ਦੇ ਵਿੱਚ ਜਿਸ ਮਾਨਸਿਕਤਾ ਦੇ ਵਿੱਚੋਂ ਦੇਵੀ ਦਾਸੀ ਪ੍ਰਥਾ, ਸਤੀ ਪ੍ਰਥਾ ਵਰਗੀ ਪ੍ਰਥਾਵਾਂ ਨਿਕਲੀਆਂ ਨੇ, ਉੱਥੇ ਬਲਾਤਕਾਰ ਕਰਨਾ ਉਹ ਆਪਣਾ ਅਧਿਕਾਰ ਸਮਝਦੇ ਨੇ। ਆਪਣੇ ਸੰਵਿਧਾਨ ਤੇ ਰਣਨੀਤੀ ਦੇ ਵਿੱਚ ਇੱਕ ਜਗ੍ਹਾ ਜ਼ਿਕਰ ਕਰਦੇ ਨੇ ਕਿ ਦੁਸ਼ਮਣ ਵਰਗ ਦੇ ਦੁਸ਼ਮਣ ਜਿਹੜੀ ਕੌਮ ਦੀਆਂ ਔਰਤਾਂ ਨਾਲ ਬਲਾਤਕਾਰ ਕਰਨਾ ਇੱਕ ਰਾਜਨੀਤਿਕ ਟੂਲ ਹੈ ਜਿਹਦੇ ਨਾਲ ਉਸ ਵਰਗ ਦੀ ਜਿਹੜਾ ਹੌਸਲਾ ਡਿੱਗ ਪੈਂਦਾ। ਤੇ ਜਦੋਂ ਬਲਾਤਕਾਰ ਉਹਨਾਂ ਲਈ ਰਾਜਨੀਤਿਕ ਟੂਲ ਹੋਵੇ ਔਰ ਉਹਨਾਂ ਨੂੰ ਉਹਨਾਂ ਦਾ ਸੰਵਿਧਾਨ ਉਹਨਾਂ ਦੀ ਸੰਗਤੀ ਉਹਦੀ ਇਜਾਜ਼ਤ ਦਿੰਦਾ ਹੋਵੇ, ਉਦੋਂ ਉਹ ਬਲਾਤਕਾਰ ਕਰਨ ਨੂੰ ਵੀ ਆਪਣਾ ਧਰਮ ਸਮਝਦੇ। ਸਾਡੀ ਲੜਾਈ ਜਿਹੜੀ ਹੈ ਉਸ ਮਾਨਸਿਕਤਾ ਦੇ ਨਾਲ ਹੈ, ਉਸ ਮਨੁ ਸਮਰਤੀ ਦੇ ਨਾਲ ਹੈ। ਉਹਦੇ ਬਿਲਕੁਲ ਉਲਟ ਜਿਹੜੀ ਵਿਚਾਰਧਾਰਾ ਉਹਦੇ ਖਿਲਾਫ ਖੜੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ, ਜਿਹੜੀ ਮਨੁੱਖਤਾਵਾਦ ਦੀ ਵਿਚਾਰਧਾਰਾ ਸਾਨੂੰ ਇਕੱਠਿਆਂ ਜੋੜ ਸਕਦੀ ਹੈ। ਔਰ ਜਿੱਥੋਂ ਅਸੀਂ ਉਸ ਵਿਚਾਰਧਾਰਾ ਦਾ ਮੁਕਾਬਲਾ ਕਰਨਾ, ਹੁਣ ਤੱਕ ਜਦੋਂ ਉਸ ਵਿਚਾਰਧਾਰਾ ਜਿਹੜੀ ਸਾਡੀ ਦੁਸ਼ਮਣ ਵਿਚਾਰਧਾਰਾ ਮਨੁ ਸਮਰਤੀ ਹੈ, ਜਦੋਂ ਵੀ ਉਹ ਖਤਮ ਹੋਈ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰੂ ਨਾਨਕ ਪਾਤਸ਼ਾਹ ਦੀ, ਸਾਡੇ ਰਹਿਬਰਾਂ ਦੀ, ਗੁਰੂ ਰਵਿਦਾਸ ਜੀ ਦੀ, ਮਹਾਰਿਸ਼ੀ ਵਾਲਮੀਕੀ ਜੀ ਦੀ, ਇਹਨਾਂ ਦੀ ਵਿਚਾਰਧਾਰਾ ਦੇ ਨਾਲ ਇਕੱਠੇ ਹੋ ਕੇ ਇਹ ਜਿਹੜਾ ਲੜਾਈ ਲੜੀ ਜਾਣੀ ਹੈ। ਅਸੀਂ ਇਕੱਠੇ ਹੋਏ ਆ। ਸਾਡੀ ਬੱਚੀ ਮਨੀਸ਼ਾ, ਉਹਦੇ ਨਾਲ ਜਿਹੜੀ ਦਰਿੰਦਗੀ ਹੋਈ ਤੇ ਉਹ ਦਰਦ ਇੱਥੇ ਝਲਕ ਰਿਹਾ ਪੰਜਾਬ ਦੀ ਧਰਤੀ ਤੋਂ। ਉਹ ਦਰਦ ਝਲਕਣਾ ਵੀ ਜ਼ਰੂਰੀ ਸੀ, ਜੇ ਨਹੀਂ ਝਲਕਦਾ ਤਾਂ ਕਿਤੇ ਨਾ ਕਿਤੇ ਪੰਜਾਬ ਤੋਂ ਮਿਹਣਾ ਰਹਿ ਜਾਂਦਾ ਕਿ ਮਨੀਸ਼ਾ ਦੇ ਹੱਕ 'ਚ ਅਸੀਂ ਇਕੱਠੇ ਨਾ ਹੋ ਸਕੇ, ਆਵਾਜ਼ ਨਾ ਬੁਲੰਦ ਕਰ ਸਕੇ ਜਾਂ ਲਿਖਣ ਵਾਲੀਆਂ ਕਲਮਾਂ ਉਹਦੇ ਲਈ ਲਿਖ ਨਾ ਸਕੇ। ਅਸੀਂ ਮਨੀਸ਼ਾ ਦੀ ਜਸਟਿਸ, ਮਨੀਸ਼ਾ ਦੇ ਕਾਤਲਾਂ ਨੂੰ ਫਾਂਸੀ ਹੋ, ਅਸੀਂ ਇਹ ਨਾਅਰੇ ਲਾਉਣ ਲੱਗ ਜਾਂਦੇ ਹਾਂ।
ਅਸਲ ਜੜ ਕਿੱਥੇ ਪਈ ਆ? ਜਿੱਥੋਂ ਮਨੀਸ਼ਾ ਤੇ ਹਮਲੇ ਹੋਏ ਜਾਂ ਮਨੀਸ਼ਾ ਵਰਗੀਆਂ ਸਾਡੀਆਂ ਬੱਚੀਆਂ ਤੇ ਪਹਿਲਾਂ ਉਹਨਾਂ ਦੇ ਹਮਲੇ ਹੋਏ, ਉਹਦੀ ਜੜ ਕਿੱਥੇ ਪਈ ਆ ਉਹਦੇ ਬਾਰੇ ਅਸੀਂ ਕਦੇ ਨਹੀਂ ਸੋਚਦੇ। ਇਹ ਕਿੰਨਾ ਹਾਲਾਤਾਂ ਚੋਂ ਇਹ ਮਸਲੇ ਸਾਡੇ ਸਾਹਮਣੇ ਪੈਦਾ ਹੁੰਦੇ ਆ, ਇਹਦੇ ਬਾਰੇ ਵੀ ਅਸੀਂ ਕਦੇ ਨਹੀਂ ਸੋਚਦੇ, ਇਹਦੇ ਬਾਰੇ ਕਦੇ ਮੁਖਾਤਬ ਨਹੀਂ ਹੁੰਦੇ, ਸਿਰ ਜੋੜ ਕੇ ਨਹੀਂ ਬੈਠਦੇ, ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਪਰ ਬੜੇ ਵੱਡੇ ਨਾਰੇ ਤਿੱਖੇ ਤੇ ਜੋਸ਼ ਚਾ ਕੇ ਲੈ ਜਾਂਦੇ ਵੀ ਮਨੀਸ਼ਾ ਨੂੰ ਇਨਸਾਫ ਦੇਣਾ ਚਾਹੀਦਾ, ਮੋਦੀ ਵੀ ਮੁਰਦਾਬਾਦ ਤੇ ਯੋਗੀ ਵੀ ਮੁਰਦਾਬਾਦ। ਮੈਂ ਕਹਿੰਦਾ ਇਨਸਾਫ ਮਿਲਣਾ ਚਾਹੀਦਾ, ਮੋਦੀ ਤੇ ਯੋਗੀ ਮੁਰਦਾਬਾਦ ਕਹਿਣਾ ਚਾਹੀਦਾ ਸਾਨੂੰ। ਪਰ ਜੇ ਅਸੀਂ ਜੜ ਨੂੰ ਨਾ ਸਮਝਾਂਗੇ, ਜਿੱਥੇ ਇਹਨਾਂ ਨੇ ਜੜ ਲਾਈ ਆ ਉਹ ਜੜ ਨੂੰ ਨਹੀਂ ਪੱਟਾਂਗੇ, ਫਿਰ ਇੱਕ ਹੋਰ ਮਨੀਸ਼ਾ ਆਊਗੀ, ਅਸੀਂ ਉਹਦੇ ਲਈ ਵੀ ਸਿਰ ਜੋੜ ਕੇ ਆਹੀਂ ਬੈਠਾਂਗੇ ਤੇ ਇਨਸਾਫ ਦੀ ਮੰਗ ਕਰਾਂਗੇ। ਜੜ ਉਹਦੀ ਉਸ ਦਰਜਾ ਬਦਰਜੀ, ਉਸ ਊਚ ਨੀਚ ਤੇ ਜਾਤ ਪਾਤ ਚ ਪਈ ਆ। ਜਿਹੜੇ ਸਵਰਨ ਜਾਤੀ ਨੇ, ਇਸ ਦੇਸ਼ ਦੀ ਸਵਰਨ ਜਾਤੀ ਨੇ ਹਜ਼ਾਰਾਂ ਸਾਲਾਂ ਤੋਂ ਸਿਰਜਿਆ ਹੋਇਆ, ਜਿਹੜੀ ਕੋਈ ਦੈਵੀ ਰਚਨਾ ਨਹੀਂ ਹੈ, ਇਹ ਕਿਸੇ ਗ੍ਰੰਥ ਚ ਨਹੀਂ ਲਿਖਿਆ, ਇਹਨਾਂ ਨੇ ਬਣਾਇਆ ਹੋਇਆ ਗ੍ਰੰਥਾਂ ਚ ਲਿਖੀ ਹੋਈ ਗੱਲ ਆ। ਪਰ ਇਹ ਮਨੁੱਖੀ ਬੁੱਧੀ ਚੋਂ ਪੈਦਾ ਕੀਤੀ ਗੱਲ ਆ ਵੀ ਕੋਈ ਜਾਤ ਪਾਤ ਵੀ ਹੁੰਦੀ ਆ, ਕੋਈ ਦਰਜਾ ਬਦਰਜੀ ਵੀ ਹੁੰਦੀ ਆ। ਜਦੋਂ ਭਗਤੀ ਲਹਿਰ ਚੱਲੀ, ਦੇਖੋ ਦੋ ਗੱਲਾਂ ਸਮਝਣ ਦੀ ਬਹੁਤ ਜ਼ਰੂਰਤ ਆ। ਇੱਕ ਗੱਲ ਪ੍ਰਤੱਖ ਹਕੀਕਤ ਤੇ ਅਟੱਲ ਸੱਚਾਈ, ਜਿਹਦੇ ਮੁਨਕਰ ਨਹੀਂ ਕੀਤਾ ਜਾ ਸਕਦਾ। ਪ੍ਰਤੱਖ ਹਕੀਕਤ ਸਾਡੇ ਸਾਹਮਣੇ ਪਈ ਹੁੰਦੀ ਆ, ਅਟੱਲ ਸੱਚਾਈ ਹਰ ਮਨੁੱਖ ਦੇ ਅੰਦਰ ਹੁੰਦੀ ਹੈ, ਉਹਦੀ ਰੂਹ ਦੇ ਅੰਦਰ ਹੁੰਦੀ ਹੈ, ਉਹ ਤੋਂ ਵੀ ਮੁਨਕਰ ਨਹੀਂ ਕੀਤਾ ਜਾ ਸਕਦਾ। ਪ੍ਰਤੱਖ ਹਕੀਕਤ ਤੇ ਅਟੱਲ ਸੱਚਾਈ ਇਹ ਆ ਕਿ ਜਦੋਂ ਤੱਕ ਅਸੀਂ ਜਾਤ ਪਾਤ ਦਾ ਵਿਰੋਧ, ਜਦੋਂ ਤੱਕ ਦਰਜਾ ਬਦਰਜੀ ਦਾ ਵਿਰੋਧ, ਜਦੋਂ ਤੱਕ ਜਿਸ ਤਰ੍ਹਾਂ ਇਲਾਹੀ ਚੀਜ਼ ਨੂੰ ਇਹ ਇਲਾਹੀ ਪਰ ਸਾਨੂੰ ਸਾਡੇ ਉੱਤੇ ਗਲਬਾ ਪਾਉਂਦੇ ਆ ਵੀ ਇਹ ਤਾਂ ਪੈਦਾ ਹੀ ਆਏ ਹੋਏ ਆ, ਅਸੀਂ ਤਾਂ ਪੈਦਾ ਹੀ ਆਏ ਹੋਏ ਆ। ਇਹ ਥੋੜੀ ਮਨੁਸਮ੍ਰਿਤੀਆਂ ਚ ਜਾਂ ਗ੍ਰੰਥਾਂ ਚ ਜਾਤ ਪਾਤ ਇਹਨਾਂ ਨੇ ਸਾਡੇ ਉੱਤੇ ਪਾਤੀ ਥੋਪਤੀ ਤੇ ਅਸੀਂ ਗ੍ਰਹਿਣ ਵੀ ਕਰ ਲਈ। ਉਹਦਾ ਖੰਡਨ ਕਰਨਾ ਪਊਗਾ, ਉਸੇ ਤਰ੍ਹਾਂ ਖੰਡਨ ਕਰਨਾ ਪਊਗਾ ਜਿਵੇਂ ਮਹਾਤਮਾ ਬੁੱਧ ਨੇ ਕੀਤਾ ਸੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਤੇ ਜਿਵੇਂ ਡਾਕਟਰ ਭੀਮ ਰਾਓ ਅੰਬੇਦਕਰ ਨੇ ਕੀਤਾ ਸੀ। ਹੁਣ ਦੇਖੋ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਦੇ ਆ। ਗੁਰੂ ਨਾਨਕ ਸਾਹਿਬ ਨੇ ਆਪਦੇ ਨਾਲ ਦੋ ਪਰੰਪਰਾਵਾਂ ਲੈ ਕੇ ਚੱਲੇ, ਉਹ ਮਰਦਾਨਾ ਤੇ ਬਾਲਾ। ਉਹਨਾਂ ਦੋਵਾਂ ਤੋਂ ਬਿਨਾਂ ਉਹ ਕੋਈ ਦੋ ਵਿਅਕਤੀ ਨਹੀਂ ਸੀ, ਦੋ ਪਰੰਪਰਾਵਾਂ ਨਾਲ ਤੁਰਦੀਆਂ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਸੰਗਤ ਤੇ ਪੰਗਤ ਚ ਲੰਗਰ ਦੀ ਸਾਨੂੰ ਪ੍ਰਥਾ ਚਲਾਈ, ਉਹ ਲੰਗਰ ਦਾ ਮਤਲਬ ਭੁੱਖਿਆਂ ਨੂੰ ਲੰਗਰ ਛਕਾਉਣਾ ਨਹੀਂ ਸੀ। ਲੰਗਰ ਦਾ ਮਤਲਬ ਇਹ ਸੀ ਇੱਕੋ ਰਸੋਈ ਚ ਖਾਣਾ ਪੱਕੇ ਇੱਕ ਥਾਂ ਤੇ ਬੈਠ ਕੇ ਹਰ ਬੰਦਾ ਖਾਵੇ, ਤਾਂ ਕਿ ਜਿਹੜੀ ਉਹ ਉਸ ਵੇਲੇ ਦੀ ਦਰਜਾ ਬਦਰਜੀ ਆ ਉਹਨੂੰ ਟੱਕਰ ਦਿੱਤੀ ਜਾ ਸਕੇ। ਫਿਰ ਇਸ ਪ੍ਰਥਾ ਦਾ ਮਤਲਬ ਸੀ ਜਿਹੜਾ ਉਹ ਦਰਜਾ ਬਦਰਜੀ ਦਾ ਵਿਰੋਧ ਕਰਨਾ ਸੀ, ਜਾਤ ਪਾਤ ਦਾ ਵਿਰੋਧ ਕਰਨਾ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣਾ ਫਲਸਫਾ ਸਾਨੂੰ ਕਿਹਾ, ਮਾਨਸ ਕੀ ਜਾਤ, ਜਾਂ ਉਹਨਾਂ ਨੇ ਕਿਹਾ ਅਬੋ ਲਗਾ ਨੂਰ ਪਾਇਆ ਕੁਦਰਤ ਦੇ ਸਾਬਨ ਦੇ ਰੂਪ ਸੇ ਸਾਜਾ ਗੁਰਜਾ ਕਾਲ ਪਏ ਕਾਮੰਦੇ। ਸੋ ਉਸੇ ਤਰ੍ਹਾਂ ਸਿੱਖ ਧਰਮ ਲਾਣਾ ਇੱਕ ਜਿਹੜੀ ਅਟੱਲ ਸੱਚਾਈ ਆ, ਸਾਡੇ ਸਿੱਖਾਂ ਨੂੰ ਵੀ ਸੰਬੋਧਨ ਕਰਦਾ, ਤੁਸੀਂ ਵੀ ਦਰਜਾ ਬਦਰਜੀ ਕਰਕੇ ਬੈਠੇ ਹੋ, ਉਹਦਾ ਵੀ ਖੰਡਨ ਕਰਨਾ ਪਊਗਾ ਸਾਨੂੰ। ਜਦੋਂ ਹਰਗੋਬਿੰਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪੀਲੀ ਚੰਦ ਸ਼ੀਨਾ ਉਹਨਾਂ ਦੇ ਨਾਲ ਸੀ, ਉਹਨਾਂ ਨੇ ਲੜਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਹਿੱਕ ਨਾਲ ਲਾ ਕੇ ਕਿਹਾ ਪੀਲੀ ਚੰਦ ਸ਼ੀਨਾ ਗੁਰੂ ਕਾ ਸੀਨਾ। ਉਹ ਦਰਜਾ ਬਦਰਜੀ ਦਾ ਵਿਰੋਧ ਸੀ। ਗੁਰੂ ਦਾ ਸੀਨਾ ਕਿਹਾ, ਉਹਨੂੰ ਸੀਨੇ ਚ ਦਿਲਾ ਤੇ ਦਿਲ ਚ ਹੀ ਸਭ ਕੁਝ ਹੁੰਦਾ। ਉਦੋਂ ਅੱਗੇ ਚੱਲਦੇ ਆ ਸਿੱਖ ਫਲਸਫੇ ਤੇ ਆਉਣੇ ਆ ਜਿਵੇਂ ਅਸੀਂ ਸਮਝਦੇ ਨਹੀਂ। ਅੱਜ ਜਦੋਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਦਾ ਸਿਰ ਲੈ ਕੇ ਆਏ, ਗੱਲ ਬਹੁਤ ਵੱਡੀ ਆ ਸਾਡੇ ਲਈ ਸੋਚਣ ਵਾਲੀ ਆ। ਸਿਰ ਲੈ ਕੇ ਦਿੱਲੀ ਪਹੁੰਚਦੇ ਆ, ਦਿੱਲੀ ਤੋਂ ਲੈ ਕੇ ਆਉਂਦੇ ਆ ਗੁਰੂ ਸਾਹਿਬ ਕੋਲੇ, ਤੇ ਗੁਰੂ ਸਾਹਿਬ 9 ਸਾਲ ਦੀ ਉਮਰ ਸੀ 10ਵੇਂ ਪਾਤਸ਼ਾਹ ਦੀ। ਉਹਨਾਂ ਨੇ ਕਿਹਾ ਰੰਗਰੇਟਾ ਗੁਰੂ ਦਾ ਬੇਟਾ। ਰੰਗਰੇਟਾ ਵੀ ਉਸੇ ਦਰਜਾ ਬਦਰਜੀ ਚੋਂ ਪੈਦਾ ਹੋਇਆ ਸੀ, ਪਰ ਰੰਗਰੇਟਾ ਨੂੰ ਗੁਰੂ ਦਾ ਬੇਟਾ ਕਿਹਾ ਸੀ, ਉਸੇ ਦਰਜਾ ਬਦਰਜੀ ਨੂੰ ਖਤਮ ਕੀਤਾ ਸੀ। ਫਿਰ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਗੁਰੂ ਸਾਹਿਬ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਵੀ ਦੱਸੋ ਉੱਥੇ ਹੋਰ ਵੀ ਕੋਈ ਸਿੱਖ ਸੀ? ਭਾਈ ਜੈਤਾ ਜੀ ਕਹਿੰਦੇ ਪਾਤਸ਼ਾਹ ਇਹ ਕਿਵੇਂ ਪਛਾਣਿਆ ਜਾ ਸਕਦਾ ਇੰਨੀ ਭੀੜ ਚ, ਜੇ ਹੋਣਗੇ ਤਾਂ ਹੋਣਗੇ ਵੀ। ਟਰਨਿੰਗ ਪੁਆਇੰਟ ਕੀ ਸੀ? ਗੁਰੂ ਸਾਹਿਬ ਕਹਿੰਦੇ ਅੱਜ ਤੋਂ ਬਾਅਦ ਸਿੱਖ ਦੀ ਪਛਾਣ
ਵਿਲੱਖਣ ਹੋਊਗੀ। ਸਿੱਖ ਹਜ਼ਾਰਾਂ 'ਚ ਪਛਾਣਿਆ ਜਾਊਗਾ। 10ਵੇਂ ਪਾਤਸ਼ਾਹ ਦੀ ਅਗਲੀ ਕਹਾਣੀ ਇਹ ਟਰਨਿੰਗ ਪੁਆਇੰਟ ਹੈ ਸਿੱਖ ਹਿਸਟਰੀ ਦੇ। ਜੇ ਸਿੱਖ ਨਹੀਂ ਸਮਝਦੇ ਕੋਈ ਫਾਇਦਾ ਨਹੀਂ ਤੁਹਾਨੂੰ ਆਪਦੇ ਭਾਰਤ ਵਿੱਚ ਮੁਸਲਮਾਨ ਭਾਈਚਾਰਾ, ਰਵਿਦਾਸ ਭਾਈਚਾਰਾ, ਦਲਿਤ ਸਮਾਜ, ਸਿੱਖ ਭਾਈਚਾਰਾ, ਜਿੰਨਾ ਸਮਾਜ ਸਾਰੇ ਇੱਥੇ ਪਹੁੰਚੇ ਆ। ਉਹ ਤੋਂ ਸਭ ਤੋਂ ਪਹਿਲਾਂ ਸ਼ਹਿਰ ਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਸਾਡੇ ਰੋਸ ਮਾਰਚ 'ਚ ਸਾਡਾ ਸਮਰਥਨ ਕੀਤਾ, ਬੋਲਣਾ ਬੰਦ ਕੀਤੀ ਹੈ। ਅੱਜ ਦਾ ਰੋਸ ਮਾਰਚ ਜਿਹੜੀ ਸਾਡੀ ਮਨੀਸ਼ਾ ਬੇਟੀ ਮਰੀ ਆ ਉਹ ਸਾਡੀ ਨਹੀਂ ਪੂਰੇ ਭਾਰਤ ਦੀ ਬੇਟੀ ਆ ਤੇ ਅਸੀਂ ਉਹਦੇ ਸਬੰਧ ਵਿੱਚ ਅੱਜ ਬੰਦ ਕੀਤਾ ਕਿਉਂਕਿ ਜਿਹੜੀ ਉਲਟ ਗੇਮ ਚਲਾਤੀ ਜੋਗੀ ਸਰਕਾਰ ਨੇ, ਉਹਦੇ ਮਾਂ ਨੇ ਤੇ ਭਰਾ ਨੇ ਉਸ ਬੇਟੀ ਨੂੰ ਮਾਰਿਆ ਸੀ, ਉਹਦਾ ਵਿਰੋਧ ਕਰਦੇ ਹਾਂ। ਅਗਰ ਇਹ ਉਸ ਬੇਟੀ ਨੂੰ ਸਾਫ਼ ਨਾ ਦਿੱਤਾ ਅੱਜ ਰਸਮਾਂ ਸੜਕਾਂ 'ਤੇ ਆ, ਉਹਨੂੰ ਫਿਰ ਚੁੱਕੀ ਆ ਕਿ ਜਿਹੜਾ ਭੁਗਤੂਗਾ ਕਿ ਜੋਗੀ ਸਰਕਾਰ ਭੁਗਤੂਗੀ ਜਾਂ ਮੋਦੀ ਸਰਕਾਰ ਭੁਗਤੂਗੀ। ਜਦ ਵੀ BJP ਸਰਕਾਰ ਬਣੀ ਹੈ ਸਭ ਤੋਂ ਪਹਿਲਾਂ ਨੋਟਬੰਦੀ ਫਿਰ GST ਉਹਨੇ ਸਾਡੇ ਦਲਿਤ ਸਮਾਜ ਨੂੰ ਤੰਗ ਕਰ ਰਹੇ ਆ। ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪੂਰੇ ਪਰਿਵਾਰਾਂ ਨੂੰ ਕਹਿੰਦੇ ਆ ਕਿ BJP ਨੂੰ ਵੋਟ ਨਾ ਪਾਓ। ਅਗਰ ਆਪਣੇ ਦੇਸ਼ ਨੂੰ ਬਚਾਉਣਾ BJP ਨੂੰ ਉੱਥੇ ਭਜਾਓ ਤੇ ਆਪ ਨਾ ਮਿਲੇ ਤਾਂ ਲੋਕਾਂ ਨੂੰ ਇਹੋ ਜਿਹਾ ਸੰਘਰਸ਼ ਕਰਨੇ ਪੈਂਦੇ ਆ। ਸੋ ਬਹੁਤ ਹੀ ਸ਼ੇਮਫੁਲ ਹੈ ਉੱਥੇ ਦੀ ਜੋਗੀ ਸਰਕਾਰ ਯੂਪੀ ਦੀ, ਜਿਨ੍ਹਾਂ ਨੇ ਇਸ ਮੰਦਭਾਗੀ ਘਟਨਾ ਤੇ ਹਾਲੇ ਤੱਕ ਵੀ ਕੋਈ ਪ੍ਰਤੀਕਿਰਿਆ ਆਪਣੀ ਜਿਹੜੀ ਨਹੀਂ ਦਿੱਤੀ, ਨਾ ਕੋਈ ਉੱਥੇ ਗ੍ਰਿਫਤਾਰੀ ਕੀਤੀ ਆ। ਔਰ ਸਭ ਤੋਂ ਵੱਡਾ ਹੈ ਕਿ ਉੱਥੇ ਦਾ ਤੰਤਰਕ ਢਾਂਚਾ ਜਿਹੜਾ ਹੈਗਾ, ਪ੍ਰਸ਼ਾਸਨਿਕ ਢਾਂਚਾ, ਉਹਦੇ 'ਚ ਵੀ ਐਡਾ ਵੱਡਾ ਵਿਗਾੜ ਪੈਦਾ ਕਰ ਦਿੱਤਾ ਕਿ ਉਹ ਵੀ ਕਿਸੇ ਦੀ ਗੱਲ ਸੁਣਨ ਲਈ ਰਾਜੀ ਨਹੀਂ। ਮੀਡੀਆ ਵੀ ਜਿਹੜਾ ਤੁਸੀਂ ਬਹੁਤ ਵਧੀਆ ਜਿਹੜਾ ਇਸ ਕਵਰੇਜ ਕਰ ਰਹੇ ਹੋ ਇਸ, ਔਰ ਬਹੁਤ ਸਾਰੀਆਂ ਜਗ੍ਹਾ ਤੇ ਜਿਹੜੀ ਆ ਕਵਰੇਜ ਵੀ ਮੀਡੀਆ ਨੇ ਨਹੀਂ ਕੀਤੀ। ਔਰ ਉਸ ਲੜਕੀ ਨੂੰ ਇਨਸਾਫ ਦਿਵਾਉਣ ਲਈ ਜਿਹੜਾ ਸਤੰਭ ਮੀਡੀਆ ਦਾ ਸੀ ਉਹਨੇ ਬਹੁਤ ਮਤਲਬ ਜਿਹੜੀ ਪ੍ਰਤੀਕਿਰਿਆ ਲੋਕਾਂ ਦੀ ਸੀ ਉਹ ਸਾਹਮਣੇ ਨਹੀਂ ਜਾਂਦੀ। ਧਰਨਾ ਕਿੰਨੇ ਸਮੇਂ ਲਈ ਲਿੱਤਾ ਜੀ ਸਰ? ਧਰਨਾ ਜਿਹੜਾ ਆ ਉਹ ਅੱਜ ਪ੍ਰੋਟੈਸਟ ਰੱਖਿਆ ਸੀਗਾ ਸਮੁੱਚੇ ਵਾਲਮੀਕ ਭਾਈਚਾਰੇ ਐਕਸ਼ਨ ਕਮੇਟੀਆਂ ਨੇ। ਉਹਨਾਂ ਨੇ ਅੱਜ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਵੀ ਸੱਦਿਆ ਸੀ। ਅਸੀਂ ਸਮੁੱਚੇ ਵਾਲਮੀਕ ਭਾਈਚਾਰੇ ਨਾਲ ਉਸ ਲੜਕੀ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਜਦ ਵੀ ਲੋੜ ਪਊਗੀ ਉਹਨਾਂ ਨੂੰ ਇਸ ਸੰਘਰਸ਼ ਨੂੰ ਅੱਗੇ ਲਿਜਾਣ ਦੀ ਅਸੀਂ ਉਹਨਾਂ ਨਾਲ ਹਰ ਤਰ੍ਹਾਂ ਸਾਥ ਦਿਆਂਗੇ। ਦੋਸ਼ੀਆਂ ਲਈ ਦੋਸ਼ੀਆਂ ਲਈ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਚੌਰਾਹੇ 'ਚ ਖੜੇ ਕਰਕੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਆ, ਤਾਂ ਕਿ ਹੋਰ ਲੋਕਾਂ ਨੂੰ ਇਬਰਤ ਹਾਸਲ ਹੋਵੇ ਕਿ ਇਹੋ ਜਿਹੀ ਕਾਨੂੰਨੀ ਘਟਨਾ ਕਰਨ ਵਾਲੇ ਬੰਦੇ ਜਿਹੜੇ ਆ ਉਹ ਸੋਚ ਵਿਚਾਰ ਕਰਕੇ ਇਧਰਲੇ ਪਾਸੇ ਨੂੰ ਤੁਰਨ। ਕਿਉਂਕਿ ਕ੍ਰਾਈਮ ਕਦੇ ਹੀ ਵੱਧਦਾ ਜਾ ਰਿਹਾ ਜਦੋਂ ਤੱਕ ਸਜ਼ਾ ਕਿਸੇ ਦੀ ਮਜ਼ਬੂਤ ਨਹੀਂ ਹੁੰਦੀ। ਇੱਦਾਂ ਦੇ ਮਾੜੇ ਅਨਸਰਾਂ ਨੂੰ, ਮਾੜੇ ਕੰਮ ਕਰਨ ਵਾਲਿਆਂ ਦੀ ਸਜ਼ਾ ਮਜ਼ਬੂਤ ਨਹੀਂ ਹੁੰਦੀ, ਉਹਨਾਂ ਚਿਰ ਕਿਸੇ ਨੂੰ ਇਨਸਾਫ ਮਿਲਣ ਦੀ ਕੋਈ ਫਗਵਾੜਾ ਦੀਆਂ ਲੇਟੈਸਟ ਖਬਰਾਂ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਫਗਵਾੜਾ ਪ੍ਰਾਈਮ ਟਾਈਮ TV ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਬੈਲ ਆਈਕਨ ਨੂੰ ਪ੍ਰੈਸ ਕਰੋ।